गुड मॉर्निंग, सत श्री अकाल। मैं डॉक्टर विनीत सहगल, सीनियर न्यूरो फिजिशियन, अमनदीप मेडिसिटी ਅੰਮ੍ਰਿਤਸਰ। ਨਿਊਰੋਲੋਜੀਕਲ ਡਿਸਆਰਡਰਸ यानी कि दिमाग की बीमारियां की जागरूकता ਨੂੰ ਵਧਾਉਣ ਲਈ ਅਸੀਂ ਇੱਕ ਮੁਹਿੰਮ ਛੇੜੀ ਹੈ, ਜਿਸ ਦੇ ਤਹਿਤ ਅਸੀਂ ਅੱਜ ਸਿਰ ਦਰਦ ਹੈਡੇਕ ਨੂੰ ਡਿਸਕਸ ਕਰਾਂਗੇ। ਹੁਣ ਜਿਹੜਾ ਸਿਰ ਦਰਦ ਹੈ, ਇਟਸ ਵਨ ਦਾ ਕਾਮਨ ਨਿਊਰੋਲੋਜੀਕਲ ਡਿਸਆਰਡਰਸ। ਜਿਹੜਾ ਸਿਰ ਦਰਦ ਹੈਗਾ ਇਹ ਇੱਕ ਬਿਮਾਰੀ ਵੀ ਹੋ ਸਕਦੀ ਹੈ ਔਰ ਕਿਸੇ ਬਿਮਾਰੀ ਦਾ ਲੱਛਣ ਵੀ ਹੋ ਸਕਦਾ। ਸੋ ਅਸੀਂ ਮੋਸਟ ਫ੍ਰੀਕੁਐਂਟਲੀ ਆਸਕ ਕੁਐਸਚਨਸ ਲਵਾਂਗੇ ਸਿਰ ਦਰਦ ਦੇ ਬਾਰੇ ਵਿੱਚ। ਸੋ ਪਹਿਲਾ ਜੋ ਕੁਐਸਚਨ ਹੈ, ਹਾਊ ਵਿਲ ਯੂ ਕਲਾਸੀਫਾਈ ਹੈਡੇਕ? ਸਿਰ ਦਰਦ ਕਿੰਨੇ ਪ੍ਰਕਾਰ ਦੇ ਹੁੰਦੇ ਆ? ਸਿਰ ਦਰਦ ਬ੍ਰੋਡਲੀ ਦੋ ਤਰ੍ਹਾਂ ਪ੍ਰਕਾਰ ਦੇ ਹੁੰਦੇ ਆ। ਇੱਕ ਹੁੰਦਾ ਪ੍ਰਾਇਮਰੀ ਹੈਡੇਕ, ਇੱਕ ਹੁੰਦਾ ਸੈਕੰਡਰੀ ਹੈਡੇਕ। ਪ੍ਰਾਇਮਰੀ ਹੈਡੇਕ ਉਹ ਹੈਡੇਕ ਹੈ ਜਿਹਦੇ ਵਿੱਚ ਸਿਰ ਦਰਦ ਹੀ ਬਿਮਾਰੀ ਹੈ। ਸੈਕੰਡਰੀ ਹੈਡੇਕ ਉਹ ਹੈਡੇਕ ਹੈ ਜਿਸ ਵਿੱਚ ਕਿਸੇ ਬਿਮਾਰੀ ਦਾ ਲੱਛਣ ਸਿਰ ਦਰਦ ਹੁੰਦਾ ਹੈ। ਸਿਰ ਦਰਦ ਦੇ ਨਾਲ ਨਾਲ ਉਹ ਮਰੀਜ਼ਾਂ ਨੂੰ ਹੋਰ ਵੀ ਕੋਈ ਲੱਛਣ ਹੁੰਦੇ ਆ। ਸੋ ਦ ਨੈਕਸਟ ਕੁਐਸਚਨ ਆਉਂਦਾ ਹੈ, ਵਾਟ ਆਰ ਦਾ ਕਾਜ਼ਸ ਆਫ ਸੈਕੰਡਰੀ ਹੈਡੇਕ? ਸੈਕੰਡਰੀ ਹੈਡੇਕ ਦੇ ਕੀ ਕਾਰਨ ਹੋ ਸਕਦੇ ਆ? ਜਿਵੇਂ ਕਿ ਸਭ ਤੋਂ ਪਹਿਲੇ ਬ੍ਰੇਨ ਟਿਊਮਰ, ਫਿਰ ਬ੍ਰੇਨ ਹੈਮਰੇਜ, ਸਬਰੈਕਨਲ ਹੈਮਰੇਜ, ਬਿਨਾਈਨ ਇੰਟਰਕ੍ਰੈਨੀਅਲ ਹਾਈਪਰਟੈਂਸ਼ਨ, ਸੈਰਬਰਲ ਵੀਨਸ ਥ੍ਰੋम्बोसिस, इंट्राक्रैनियल हाइपोटेंशन, टेम्पोरल आर्थराइटिस और एटसेट्रा। सो ये चीज सेकेंडरी हेडेक के कॉजेस। सेकेंडरी हेडेक से सानू MRI, MR विनोग्राफी, MR एंजियोग्राफी, कई बार CSF एनालिसिस भी करना। सो अगला क्वेश्चन आता है, डॉक्टर साहब व्हाट आर द टाइप्स ऑफ प्राइमरी हेडेक? प्राइमरी हेडेक ब्रॉडली तीन तरह के होंगे हैं। सब तो पहले माइग्रेन, दूजा टेंशन टाइप हेडेक और तीजा ट्राइजेमिनल ऑटोनोमिक फैजियस। ਜਿਹੜੇ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ, ਜਿਵੇਂ ਕਲਸਟਰ ਹੈਡੇਕ ਹੋ ਗਿਆ, ਪ੍ਰੋਕਸਿਮਲ ਹਾਈਪੋਕਰੀਨ, ਪ੍ਰੋਕਸਿਮਲ ਹੈਮੀਕ੍ਰੇਨੀਆ ਹੋ ਗਿਆ ਐਂਡ ਸੰਕ ਹੈਡੇਕਸ। ਇਹਨਾਂ ਵਿੱਚੋਂ ਜਿਹੜੇ ਕਾਮਨ ਹੈਡੇਕਸ ਹੈ ਉਹ ਹੈਗੇ ਮਾਈਗ੍ਰੇਨ ਤੇ ਟੈਂਸ਼ਨ ਟਾਈਪ ਹੈਡੇਕਸ। ਸੋ ਜਿਹੜੇ ਪ੍ਰਾਇਮਰੀ ਹੈਡੇਕਸ ਹੈ ਇਹਨਾਂ ਦੇ ਵਿੱਚ MRI ਜਾਂ ਹੋਰ ਵੀ ਟੈਸਟ ਸਾਰੇ ਨੋਰਮਲ ਹੀ ਆਉਂਦੇ ਆ, ਅਨਲੈਸ ਏਟਿਪੀਕਲ ਪ੍ਰਾਇਮਰੀ ਹੈਡੇਕ ਹੋਣ ਜਾਂ ਕਲਸਟਰ ਹੈਡੇਕ ਹੋਣ, ਜਿਹਦੇ ਵਿੱਚ ਸਾਨੂੰ ਕਈ ਵਾਰ ਪਿਟਿਊਟਰੀ ਟਿਊਮਰਸ ਮਿਲ ਜਾਂਦੇ ਆ। ਇਹਨਾਂ ਵਿੱਚ MRI ਨੋਰਮਲ ਆ। ਫਿਰ ਅਗਲਾ ਕੁਐਸਚਨ ਲੋਕੀ ਪੁੱਛਣਗੇ, ਡਾਕਟਰ ਸਾਹਿਬ ਫਿਰ ਅਸੀਂ ਕਿਵੇਂ ਡਿਫਰੈਂਸ਼ੀਏਟ ਕਰਾਂਗੇ ਕਿ ਇਹ ਮਾਈਗ੍ਰੇਨ ਹੈ, ਟੈਂਸ਼ਨ ਹੈ ਜਾਂ ਆਪਣਾ ਕਲਸਟਰ ਹੈਡੇਕ ਹੈ? ਸੋ ਇਹਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਸਾਡੇ ਕੋਲ ਸਭ ਤੋਂ ਬੈਸਟ ਚੀਜ਼ ਹੈਗੀ ਹੈ, ਅਸੀਂ ਪੇਸ਼ੈਂਟ ਦੀ ਹਿਸਟਰੀ ਲਈਏ, ਪੇਸ਼ੈਂਟ ਨਾਲ ਟਾਈਮ ਸਪੈਂਡ ਕਰੀਏ, ਰੈਪੋ ਬਿਲਡ ਕਰੀਏ, ਉਹਨਾਂ ਦੀ ਹਿਸਟਰੀ ਪ੍ਰੋਪਰ ਲਈਏ। ਸੋ ਬਾਈ ਸੀਇੰਗ ਦ ਪੈਟਰਨ ਆਫ ਸਿਰ ਦਰਦ, ਸਿਰ ਦਰਦ ਦਾ ਪੈਟਰਨ ਕੀ ਹੈ, ਸਿਰ ਦਰਦ ਕਿੱਥੋਂ ਸਟਾਰਟ ਹੁੰਦਾ, ਕਿਵੇਂ ਸਟਾਰਟ ਹੁੰਦਾ, ਉਸ ਤਰ੍ਹਾਂ ਨਾਲ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਇਹ ਤਿੰਨਾਂ ਵਿੱਚੋਂ ਕਿਸ ਤਰ੍ਹਾਂ ਦਾ ਸਿਰ ਦਰਦ ਹੈ। फिर अगला क्वेश्चन आता है, डॉक्टर साहब डिफरेंशिएट करना इंपॉर्टेंट क्यों है? क्योंकि ये तीनों तरह के जो प्राइमरी हेडेक्स है, माइग्रेन या टेंशन टाइप हेडेक या क्लस्टर हेडेक या जिन्होंने असी ट्राइजेमिनल ऑटोनोमिक फैजियस बोलते हैं, इन्हां दा तीनों का इलाज अलग अलग है, वखरा वखरा है। सो इन्हां नूं डिफरेंशिएट करना बहुत इंपॉर्टेंट है और इन्हां डिफरेंशिएट करने लिए प्रॉपर हिस्ट्री चाहिए, क्योंकि टेस्ट इन्हां सारे नॉर्मल है। सो ਹੁਣ ਕੀ ਪੈਟਰਨ ਹੈ, ਕਿਸ ਪੈਟਰਨ ਦੇ ਬੇਸਿਸ ਤੇ ਡਿਫਰੈਂਸ਼ੀਏਟ ਕਰਦੇ ਹਾਂ? ਸਭ ਤੋਂ ਪਹਿਲੇ ਮਾਈਗ੍ਰੇਨ ਲੈਂਦੇ। ਮਾਈਗ੍ਰੇਨ ਮਤਲਬ ਗ੍ਰੀਕ ਵਰਡ ਹੈਮੀਕ੍ਰੇਨੀਆ, ਮਤਲਬ ਅੱਧੇ ਸਾਈਜ਼ ਦੀ ਸਿਰ ਦਰਦ। ਸਿਰ ਦਰਦ ਅੱਧੇ ਸਾਈਜ਼ ਦੀ ਹੋਣੀ, ਸਿਰ ਦਰਦ ਨਾਲ ਟਸ ਕਰਨੀ ਨਸ, ਸਿਰ ਦਰਦ ਨਾਲ ਉਲਟੀਆਂ ਦਾ ਦਿਲ ਕਰਨਾ, ਸਿਰ ਦਰਦ ਨਾਲ ਕਈ ਵਾਰ ਉਲਟੀ ਆਉਂਦੀ ਵੀ ਹੈ, ਸਿਰ ਦਰਦ ਨਾਲ ਦਿਲ ਕਰਦਾ ਲਾਈਟ ਬੰਦ ਹੋ ਜਾਏ, ਕੋਈ ਸ਼ੋਰ ਨਾ ਮਚਾਏ, ਮਰੀਜ਼ ਦਾ ਦਿਲ ਕਰਦਾ ਮੈਂ ਸ਼ਾਂਤੀ ਨਾਲ ਬਹਿ ਜਾਵਾਂ ਔਰ 3 ਤੋਂ 4 ਘੰਟੇ ਤੋਂ ਜ਼ਿਆਦਾ ਰਹਿਣੀ ਹੈ ਸਿਰ ਦਰਦ, ਅੰਟੇ ਅਨਲੈਸ ਬੰਦਾ ਸੋਵੇ ਨਾ ਜਾਂ ਦਰਦ ਦੀ ਗੋਲੀ ਨਾ ਖਾਵੇ। ਡਿਊਰੇਸ਼ਨ ਜਿਹੜੀ ਮਿਨੀਮਮ ਡਿਊਰੇਸ਼ਨ ਇਹਦੀ ਹੈਗੀ ਹੈ 4 ਘੰਟੇ ਐਂਡ ਇਟ ਕੈਨ ਐਕਸਟੈਂਡ ਅਪ ਟੂ 72 ਆਵਰਸ। ਸੋ ਜੇ ਕਈ ਵਾਰ ਮਰੀਜ਼ ਨੂੰ ਕੋਈ ਸਿਰ ਦਰਦ 1 ਘੰਟੇ ਲਈ 15 ਮਿੰਟ ਲਈ ਹੋਇਆ, ਉਸ ਆਪਣੇ ਆਪ ਠੀਕ ਹੋਇਆ, ਉਹ ਮਾਈਗ੍ਰੇਨ ਨਹੀਂ ਹੈ। ਮਾਈਗ੍ਰੇਨ ਦਾ ਸਿਰ ਦਰਦ ਹਮੇਸ਼ਾ 4 ਘੰਟੇ ਤੋਂ ਜ਼ਿਆਦਾ ਰਹਿੰਦਾ ਹੈ ਅੰਟੇ ਅਨਲੈਸ ਦੀ ਦਵਾਈ ਖਾ। ਸੋ ਇਹ ਸੀ ਮਾਈਗ੍ਰੇਨ ਦੇ ਜਿਹੜੇ ਆਪਣੇ ਪੈਟਰਨ। ਹੁਣ ਜਿਹੜੇ ਮਾਈਗ੍ਰੇਨ ਦੇ ਜਿਹੜਾ ਹੈਗਾ ਇਹ ਮਾਈਗ੍ਰੇਨ ਇਜ਼ ਬੇਸਿਕਲੀ ਅ ਸਿੰਡਰੋਮ ਕੰਪਲੈਕਸ। ਮਾਈਗ੍ਰੇਨ 4 ਫੇਸਾਂ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾ ਫੇਸ ਹੁੰਦਾ ਪ੍ਰੋਡਰੋਮਲ ਫੇਸ। ਜਿਨ੍ਹਾਂ ਪੇਸ਼ੈਂਟ ਨੂੰ ਸਿਰ ਦਰਦ ਹੁੰਦਾ ਨਾ, ਉਹਨਾਂ ਨੂੰ ਪਹਿਲੇ ਹੀ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਕਿ ਅੱਜ ਉਹਨਾਂ ਨੂੰ ਸਿਰ ਦਰਦ ਹੋਏਗਾ। ਉਹਨਾਂ ਨੂੰ ਉਬਾਸੀ ਆਉਣੀ ਸ਼ੁਰੂ ਹੋ ਜਾਏਗੀ, ਥਕਾਵਟ ਹੋਣੀ ਸ਼ੁਰੂ ਹੋ ਜਾਏਗੀ, ਉਹਨਾਂ ਨੂੰ ਸਾਊਂਡ ਤੋਂ ਐਲਰਜੀ ਹੋ ਜਾਏਗੀ, ਲਾਈਟ ਤੋਂ ਐਲਰਜੀ ਹੋ ਜਾਏਗੀ। ਫਿਰ ਉਸ ਤੋਂ ਬਾਅਦ ਆਉਂਦਾ ਕਈ ਲੋਕਾਂ ਨੂੰ ਓਰਾ ਫੇਸ, ਸਾਰਿਆਂ ਨੂੰ ਨਹੀਂ। ਓਰਾ ਫੇਸ ਵਿੱਚ ਅੱਖਾਂ ਅੱਗੇ ਤਾਰੇ ਆ ਜਾਣੇ, ਕਲਰ ਲਾਈਟਸ ਆ ਜਾਣੀਆਂ ਜਾਂ ਜਿਗ ਜੈਗ ਲਾਈਨਸ ਆਉਣੀਆਂ, ਜਾਂ ਕਈ ਵਾਰ ਅੱਖਾਂ ਥੋੜੀ ਬਹੁਤੀ ਰੋਸ਼ਨੀ ਕਮਜ਼ੋਰ ਹੋ ਜਾਂਦੀ। ਫਿਰ ਉਸ ਤੋਂ ਬਾਅਦ ਥਰਡ ਫੇਸ ਹੁੰਦਾ ਸਿਰ ਦਰਦ ਦਾ ਫੇਸ। ਫਿਰ ਘੱਟ ਤੋਂ ਘੱਟ 4 ਘੰਟੇ ਸਿਰ ਦਰਦ ਰਹੇਗਾ।
फिर उस तो बाद चौथा फेस आता है पोस्टड्रोमल फेस, जिहदे विच बंदा ड्रेनड आउट हो जाता है, टोटल बंदे नूं थकावट हो जाती है, पूरा बंदा थक जाता, वीक आउट हो जाता है, एलोडीनिया होंदा है, हाथ लाई दर्द होंदी है। सो ये माइग्रेन के 4 फेस है, ठीक है। हुण ये माइग्रेन तो जो नेक्स्ट अपना सिर दर्द है वो है टेंशन टाइप हेडेक। टेंशन टाइप हेडेक का दूसरा नाम है फीचरलैस हेडेक। फीचरलैस क्यों? क्योंकि ये बाइलेटरल होएगा, दोनों पासे होएगा। मरीज कहेगा ऐ लगता किसी ने रस्सा बन्निया इत्थे पट्टा बन्निया किसी ने। ਇਹਦੇ ਵਿੱਚ ਉਲਟੀਆਂ ਦਾ ਦਿਲ ਨਹੀਂ ਕਰਦਾ, ਇਹਦੇ ਵਿੱਚ ਉਲਟੀ ਆਂਦੀ ਵੀ ਨਹੀਂ, ਇਹਦੇ ਵਿੱਚ ਇਹ ਵੀ ਦਿਲ ਨਹੀਂ ਕਰਦਾ ਲਾਈਟ ਬੰਦ ਹੋ ਜਾਏ, ਕੋਈ ਸ਼ੋਰ ਨਾ ਮਚਾਏ। ਇਸ ਆਫਿਸ ਦਾ ਆ ਕੇ ਸਟਾਰਟ ਹੋ ਜਾਂਦਾ ਹੈ, ਇਹ ਸਵੇਰੇ ਫਲਕਚੁਏਟ ਕਰਦੀ ਹੈ, 3-4 ਘੰਟੇ 4-5 ਘੰਟੇ ਰਹੇਗਾ, ਉਹ ਜਿਵੇਂ ਜਿਵੇਂ ਸ਼ਾਮ ਪਈ ਜਾਏਗੀ ਦਰਦ ਘਟੀ ਜਾਏਗਾ ਜਾਂ ਕਈ ਵਾਰ ਦਰਦ ਦੀ ਗੋਲੀ ਵੀ ਖਾਣੀ। ਸੋ ਇਟਸ ਅ ਫੀਚਰਲੈਸ ਹੈ टेंशन टाइप है, इट्स अ बाइलेटरल है, दोनों पासे सिर दर्द होएगा फ्रंटल रीजन। तीजा होता है क्लस्टर हेडेक या ट्राइजेमिनल ऑटोनोमिक का एक टाइप है। क्लस्टर हेडेक एक्चुअली ट्राइजेमिनल ऑटोनोमिक सब तो कॉमन टाइप है। क्लस्टर हेडेक का दूसरा नाम है सुसाइडल हेडेक। क्लस्टर हेडेक दे विच पेशेंट नूं सिर्फ साइड लॉक हो गया, एक साइड में दर्द होएगी, पेरी ऑर्बिटल एक साइड में दर्द होएगी। दर्द के नाल पेशेंट को कई बार आउटोनोमिक सिम्पटम्स आते हैं, अख लाल हो जाती है, अख छोटी हो जाती है, अख तो आंसू आते हैं, नक तो नेजल डिस्चार्ज आ सकता है। और जी पेन है जी हमेशा 4 घंटे तो पहले खत्म हो जाती है, मोस्टली 2 घंटे में या 3 घंटे खत्म हो जाती है। क्लस्टर हेडेक की स्पेसिफिक 2 चीज़ें हैं, इफेक्टर्स इन क्लस्टर्स, मतलब 4 तो लैके 8 हफ्ते रहेगा, और हो सकता है साल में 2 बार इंज आए, 4 तो लैके 8 हफ्ते रहेगा। दूसरी चीज़ है इंपॉर्टेंट है पीरियोडिसिटी, हर रोज उसे टाइम से सिर दर्द होएगा। और कई बार ये सिर दर्द रात को मरीज को सुते नूं उठाता है, और जो ये मरीज का सिर दर्द होंदा है वो मरीज इन्ना ज़्यादा दुखी होता, सिर और दिल करता मैं तुरा फिरा सिर दीवार से मारा, सुसाइड कर लवां, इन्ना सवेयर हेडेक क्लस्टर। सो ये सी मेन टाइप ऑफ प्राइमरी हेडेक्स, माइग्रेन, टेंशन टाइप हेडेक एंड क्लस्टर। और भी बड़े तरह के प्राइमरी हेडेक्स होंगे पर दीज आर मोस्ट कॉमन टाइप्स। हुण असीं नैक्सट क्वेश्चन ते आना है कि वट आर द मिथ्स अबाउट माइग्रेन। मैं बड़े देखे मिथ माइग्रेन के बड़े है। पहला मिथ है लोग सोचते हैं कि जो माइग्रेन है यूनिलेटरल हेडेक है, सिर्फ एक पासे का सिर दर्द ही है, जो किसी को 2 पासे का सिर दर्द हो कहना मैं माइग्रेन नहीं हो सकता, ये गलत धारणा है। 50% लोगों को बाइलेटरल सिर दर्द होता है। सो पहली गलत धारणा ये। दूसरी गलत धारणा लोग इतने धोन से दर्द बोलते हैं, कहते मैं सर्वाइकल हो गया, सर्वाइकल हो गया, सर्वाइकल हो गया। ये याद रखो माइग्रेन के 70% लोगों को नैक पेन हो जाती है, पाए स्टार्ट इतों फ्रंटल टेम्पोरली तो है पर बोली पिछले, और 20-25% लोगों को पिछों दर्द स्टार्ट होकर अगे नूं आती, और नाल उन्हां नूं उल्टियां दिल करता है, फोटोफोबिया फोनोफोबिया होंदी है, लाइटां बंद कर दिल करता है। सो दैट इज मिस डायग्नोज है सर्वाइकल। तो सर्वाइकल स्पॉन्डिलोसिस नहीं है, वो बेसिकली एक माइग्रेन है। सो वो भी मिथ है। तीजा माइग्रेन के हमेशा मरीज में देखा है कि अखां वाले डॉक्टर को जाएंगे या ENT वाले डॉक्टर को जाएंगे साइनस देखने लिए। क्योंकि माइग्रेन की मोस्टली दर्द भी पेरी ऑर्बिटल पेन होती है। सो सोचते कि सानूं ग्लूकोमा ना काला मोतिया ना हो या साडा नंबर ना चेंज होना हो। सो याद रखो कि माइग्रेन की मोस्टली दर्द इत्थे ही होंदी है, और यही एरिया तुहाडा अखां दा और साइनस का एरिया। सिमिलरली जिवें चेंज ऑफ वेरिएशन नाल साइनस या जुकाम लगता है, उवें माइग्रेन का भी अटैक होंदे हैं। So migraine is often misdiagnosed as cervical, refractory error changes or sinus effects. So next question आता है माइग्रेन के बारे में, माइग्रेन की नेचुरल हिस्ट्री बारे। ये जानना क्वेश्चन बहुत इंपॉर्टेंट है, क्योंकि इत्थे ही सारे लोग गलत करते हैं। माइग्रेन की नेचुरल हिस्ट्री में सब तो पहले जो माइग्रेन स्टार्ट होंदी है एपिसोडिक हेडेक। एपिसोडिक मतलब जो पेशेंट को किसी एग्रावेटिंग फैक्टर एक्सपोज होया पेशेंट, उदों सिर दर्द स्टार्ट हो गई। उदों वो होंदी है पहले जिवें हफ्ते 1 बार हो गया, फिर हफ्ते 2 बार होना शुरू हो गया, फिर हफ्ते 3 बार होना शुरू हो गया। सो एवें एपिसोडिक, इन्हूं बोलते हैं एपिसोडिक माइग्रेन। एपिसोडिक माइग्रेन उदों ही होएगी जो बंदा एक्सपोज होएगा अपने ट्रिगरिंग फैक्टर में। मोस्ट ऑफ द पेशेंट का तो इंज ही चलता रहता है, वो इंज ठीक हो जाते हैं। पर कई पेशेंट एपिसोडिक माइग्रेन तो कन्वर्ट होकर क्रोनिक डेली हेडेक से आ जाते हैं, जिन्होंने क्रोनिक माइग्रेन बोलते हैं। हुण तुसीं पुछोगे ये क्रोनिक डेली हेडेक की है, जो किसी मरीज को महीने के 15 बार सिर दर्द हो और लगातार 3 महीने इंज चलता रहे, और वो 15 बार विचों 8 बार प्रॉपर माइग्रेन वर्गी दर्द हो, तो उन्होंने बोलते हैं क्रोनिक डेली हेडेक। फिर नैक्सट क्वेश्चन आता है कि डॉक्टर साहब की एपिसोडिक माइग्रेन, जिवें तुसीं कहा कि कई
ज़्यादातर लोग ठीक हो जाते, पर कुछ लोग ही क्रोनिक डेली हेडेक ते कन्वर्ट होंगे। वो किहड़े लोग है? ये वो लोग है ਜਿਹੜੇ लोग प्रिवेंटिव थेरेपी नहीं खाते, ਜਿਹੜੇ लोग मोटे होंगे है, ਜਿਹੜੇ लोग स्मोकिंग करते रहते है, ਜਿਹੜੇ लोग अपने ट्रिगर्स ਨੂੰ पहचानते नहीं, ਜਿਹੜੇ लोग अपने ट्रिगर्स ਨੂੰ नहीं पहचानणगे, बार बार दर्दां दी गोलियां खाई जाएंगे, दे विल कन्वर्ट फ्रॉम एपिसोडिक माइग्रेन टू क्रोनिक डेली हेडेक। क्योंकि फिर जब क्रोनिक डेली हेडेक होएगा वो हर रोज दवाई खाएंगे, जो हर रोज दवाई खाएंगे तो फाइनली दे विल कन्वर्ट देमसेल्फ टू द एनाल्जेसिक ओवरडोज हेडेक। व्हाट इज एनाल्जेसिक ओवरडोज हेडेक? जो बंदा दर्दां दी गोलियां या ट्रिप्टन ਜਿਹੜੇ ਹੈਗੇ ਆ ਮਹੀਨੇ ਦੇ ਵਿੱਚ 10 ਤੋਂ 15 ਵਾਰ ਜ਼ਿਆਦਾ ਖਾਣਾ ਸ਼ੁਰੂ ਕਰ, ਉਹਨੂੰ ਕਹਿੰਦੇ ਐਨਾਲਜੈਸਿਕ ਓਵਰਯੂਜ਼ ਹੈਡੇਕ। ਸੋ ਇਹ ਮਾਈਗ੍ਰੇਨ ਦਾ ਲਾਈਫ ਸਾਈਕਲ ਹੈ, ਐਪੀਸੋਡਿਕ ਮਾਈਗ੍ਰੇਨ, ਦੂਜਾ ਹੈਗਾ ਕ੍ਰੋਨਿਕ ਡੇਲੀ ਹੈਡੇਕ, ਤੀਜਾ ਹੈਗਾ ਐਨਾਲਜੈਸਿਕ ਓਵਰਯੂਜ਼ ਹੈਡੇਕ। ਅਸੀਂ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਐਪੀਸੋਡਿਕ ਮਾਈਗ੍ਰੇਨ ਤੋਂ ਕਨਵਰਟ ਅੱਗੇ ਵਧਣ ਨੂੰ ਰੋਕਣਾ ਹੈ, ਅਸੀਂ ਉਹਨਾਂ ਨੂੰ ਕ੍ਰੋਨਿਕ ਡੇਲੀ ਹੈਡੇਕ, ਐਨਾਲਜੈਸਿਕ ਓਵਰਯੂਜ਼ ਹੈਡੇਕ ਨਹੀਂ ਹੋਣ ਦੇਣਾ। ਸੋ ਨੈਕਸਟ ਕੁਐਸਚਨ ਆਉਂਦਾ ਹੈਗਾ ਕਿ ਡਾਕਟਰ ਸਾਹਿਬ ਮਾਈਗ੍ਰੇਨ ਹੁੰਦਾ ਹੀ ਕਿਉਂ ਹੈ? देखो एक जेनेटिकली प्री डिस्पोज कुछ इंडिविजुअल्स होंगे हैं जिन्हें कुछ ऐसे जीन्स होंगे हैं जिन्हें उन्होंने ओवर सेंसिटिव करते हैं। वो नॉर्मल स्टिमुलाइज जिवें लाइट्स ओडर्स वो ओवर स्टिमुलेशन के कारण दिमाग के एक ट्राइजेमिनल वेस्कुलर सिस्टम है वो एक्टिवेट हो जाता है। उसके कारण दिमाग के ਇਹੋ ਜਿਹੇ कैमिकल्स पेप्टाइड्स निकलते हैं ਜਿਹੜੇ दिमाग के सोजिश पैदा करते हैं, ब्लड वेसल्स ਨੂੰ डायलेट करते हैं, जिसके कारण सिर दर्द होता है। सो ਇਹਦਾ मतलब जेनेटिक प्री डिस्पोजिशन भी हैगी है ਤੇ ਨਾਲ ट्रिगर्स ਦਾ एक्सपोजर भी जरूरी है। सो अपने ट्रिगर जेनेटिक प्री डिस्पोजिशन तो बदल नहीं सकते तुसी, पर तुसी अपने ट्रिगर्स ਨੂੰ पहचानो, ਉਹਨਾਂ ਤੋਂ ਬਚੋ ਤਾਂ ਕਿ ਸਿਰ ਦਰਦ ਅਟੈਕ ਨਾ। ਸੋ ਅਗਲਾ ਕੁਐਸਚਨ ਆਉਂਦਾ ਹੈ ਕਿ ਸਾਨੂੰ ਹਰ ਸਿਰ ਦਰਦ ਦੇ ਮਰੀਜ਼ ਵਿੱਚ ਐਮਆਰਆਈ ਕਰਾਉਣਾ ਚਾਹੀਦਾ ਹੈ ਜਾਂ ਹੋਰ ਕੋਈ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ? ਬਿਲਕੁਲ ਨਹੀਂ। ਸੋ देयर आर सम ਰੈਡ ਫਲੈਗਸ, ਕੋਈ ਵਾਰਨਿੰਗ ਸਾਈਨਸ ਹੁੰਦੇ ਹੈਗੇ, ਸਿਰਫ ਉਹਨਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਸਾਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈਗਾ। ਹੁਣ ਉਹ ਕੀ ਸਾਈਨ ਹੈ? ਸਭ ਤੋਂ ਪਹਿਲਾ ਸਾਈਨ ਹੈ ਜੇ ਪੇਸ਼ੈਂਟ ਨੂੰ ਸਿਸਟੈਮਿਕ ਸਾਈਨਸ ਹੋਣ, ਜਿਵੇਂ ਫੀਵਰ ਹੋਵੇ, ਨਾਲ ਲੋਸ ਆਫ weight ਹੋਵੇ, ਲੋਸ ਆਫ ਐਪੀਟਾਈਟ ਹੋਵੇ, ਵੀ ਸਾਨੂੰ ਐਮਆਰਆਈ ਕਰਨਾ ਚਾਹੀਦਾ। ਦੂਜਾ ਸਾਈਨ ਹੈ ਜੇ ਪੇਸ਼ੈਂਟ ਨੂੰ ਨਿਊਰੋਲੋਜੀਕਲ ਡੈਫੀਸ਼ੀਐਂਟਸ ਹੋਣ, ਹੈਮੀਪਲੇਜੀਆ ਹੋਇਆ, ਹੈਮੀਪ੍ਰੈਸਿਸ ਹੋ। ਤੀਜਾ ਸਾਈਨ ਹੈਗਾ ਜੇ ਪੇਸ਼ੈਂਟ ਨੂੰ ਨਾਲ ਡਿਪਲੋਪੀਆ, ਡਿਸਪੇਜੀਆ ਜਾਂ ਅੱਖਾਂ ਦੀ ਵਿਜ਼ਨ ਕਮਜ਼ੋਰੀ ਆ ਗਈ ਹੈ ਜਾਂ ਇੱਕ ਸਾਈਡ ਹੀ ਕਮਜ਼ੋਰ ਹੋ ਗਈ ਹੈ। ਸੋ ਥੀਸ ਆਰ ਨਿਊਰੋਲੋਜੀਕਲ ਡੈਫੀਸ਼ੀਐਂਟਸ ਜਾਂ ਨਿਊਰੋਲੋਜੀਕਲ ਸਾਈਨਸ। ਤੀਜਾ ਹੈਗਾ ਔਨਸੈਟ, ਜੇ 55 ਸਾਲ ਤੋਂ ਬਾਅਦ ਤੁਹਾਡਾ ਸਿੱਧਾ ਸਟਾਰਟ ਹੋ ਗਿਆ ਹੈ ਤਾਂ ਦੈਨ ਯੂ ਹੈਵ ਟੂ ਗੋ ਹੈਡ ਵਿਦ ਐਮਆਰਆਈ। ਚੌਥਾ ਹੈਗਾ ਸਡਨ ਸਵੇਅਰ ਹੈਡੇਕ, ਬੰਦਾ ਕਿ ਅੱਜ ਤੱਕ ਜ਼ਿੰਦਗੀ ਕਦੀ ਇੰਨੀ ਸਿੱਧਾ ਕਦੀ ਨਹੀਂ ਹੋਈ, ਜਿਸ ਕੱਲ ਥੰਡਰ ਕਲੈਪ ਹੈ, ਉਹਨਾਂ ਨੂੰ ਫਟਾਫਟ ਐਮਆਰਆਈ ਲਈ ਕਰਾਉਣਾ ਚਾਹੀਦਾ ਹੈ। 15 ਪੈਟਰਨ, ਪੇਸ਼ੈਂਟ ਕਹੇ ਮੈਨੂੰ ਪਹਿਲੇ ਵੀ ਸਿੱਧਾ ਹੁੰਦਾ ਸੀਗਾ ਪਰ ਹੁਣ ਉਹਦਾ ਪੈਟਰਨ ਚੇਂਜ ਹੋ ਗਿਆ, ਉਹਦੀ ਸਿਵਿਅਰਿਟੀ ਵੱਧ ਗਈ, ਉਹਦੀ ਫ੍ਰੀਕੁਐਂਸੀ ਵੱਧ ਗਈ, ਉਹਦਾ ਪੈਟਰਨ ਚੇਂਜ ਹੋ ਗਿਆ, ਦੈਨ ਇਵਨ ਦੋਜ਼ ਪੇਸ਼ੈਂਟ ਸ਼ੁੱਡ ਬੀ ਇਨਵੈਸਟੀਗੇਟਡ। ਜਾਂ ਕਈ ਵਾਰ ਪੇਸ਼ੈਂਟ ਕਹਿੰਦਾ ਹੈ ਕਿ ਮੇਰਾ ਸਿਰ ਦਰਦ ਕਫ ਕਰਨ ਨਾਲ, ਖਾਂਸੀ ਕਰਨ ਨਾਲ, ਬੈਂਡਿੰਗ ਨਾਲ ਇਹ ਵੱਧਦਾ ਹੈ। ਸੋ ਇਹਨਾਂ ਪੇਸ਼ੈਂਟ ਨੂੰ ਵੀ ਐਮਆਰਆਈ ਕਰਵਾਉਣਾ ਚਾਹੀਦਾ। ਕਈ ਵਾਰ ਲੋਕਲ ਟੈਂਡਰਨੈਸ ਹੁੰਦੀ ਹੈ, ਸਪੈਸ਼ਲੀ 올ਡ ਏਜ ਦੇ ਵਿੱਚ ਸਿਰ ਦਰਦ ਦੇ ਨਾਲ ਵੀ ਕਹਿੰਦਾ ਅੱਖ ਦੀ ਰੋਸ਼ਨੀ ਘਟ ਜਿਹੀ ਹੈ। ਸੋ ਇਹਨਾਂ ਪੇਸ਼ੈਂਟ ਨੂੰ ਬੇਸਿਕਲੀ ਜੈਂਟਸ ਆਰਥਰਾਈਟਿਸ ਹੋ ਸਕਦਾ ਹੈ। ਸੋ ਇਹਨਾਂ ਪੇਸ਼ੈਂਟ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ। ਸੋ ਇਹ ਉਹ ਪੇਸ਼ੈਂਟਸ ਹੈ ਜਿਨ੍ਹਾਂ ਪੇਸ਼ੈਂਟ ਨੂੰ ਸਾਨੂੰ ਇਨਵੈਸਟੀਗੇਟ ਕਰਨਾ ਹੀ ਚਾਹੀਦਾ ਹੈ। ਸੋ ਇਹ ਯਾਦ ਰੱਖੋ ਕਿ ਜਿੰਨਾ ਪੁਰਾਣਾ ਸਿਰ ਦਰਦ ਹੈਗਾ ਉਹਨੇ ਘੱਟ ਚਾਂਸ ਹੈ ਤੁਹਾਡਾ ਐਮਆਰਆਈ 'ਚ ਕੁਛ ਆਉਣ ਦੇ। ਜਦੋਂ ਵੀ ਨਿਊ ਔਨਸੈਟ ਸਵੇਅਰ ਹੈਡੇਕ ਹੋਵੇ ਤੁਹਾਨੂੰ ਇਹ ਨਿਊਰੋ ਇਮੇਜਿੰਗ ਕਰਾਣੀ ਹੀ ਚਾਹੀਦੀ ਹੈ। ਸੋ ਦੈਨ ਆਪਣਾ ਲਾਸਟ ਕੁਐਸਚਨ ਆ ਜਾਂਦਾ ਕਿ ਹਾਊ ਵਿਲ ਯੂ ਟ੍ਰੀਟ ਹੈਡੇਕ। ਸੋ ਸਭ ਤੋਂ ਪਹਿਲੇ ਡਿਫਰੈਂਸ਼ੀਏਟ ਕਰੀਏ ਕਿ ਇਹ ਪ੍ਰਾਇਮਰੀ ਹੈ ਜਾਂ ਸੈਕੰਡਰੀ ਹੈ। ਜੇ ਸੈਕੰਡਰੀ ਹੈ ਤਾਂ ਉਹਦੇ ਉਸ ਹਿਸਾਬ ਨਾਲ ਜਿਹੜਾ ਕਾਰਨ ਹੈ ਉਹਦਾ ਇਲਾਜ ਕਰੀਏ। ਜੇ ਪ੍ਰਾਇਮਰੀ ਹੈਡੇਕ ਹੈ ਤਾਂ ਦੇਖੀਏ ਇਹ ਮਾਈਗ੍ਰੇਨ ਹੈ, ਟੈਂਸ਼ਨ ਟਾਈਪ ਹੈਡੇਕ ਹੈ ਜਾਂ ਕਲਸਟਰ ਹੈ। ਤਿੰਨਾਂ ਦੀ ਦਵਾਈਆਂ ਬਿਲਕੁਲ ਅਲੱਗ-ਅਲੱਗ ਹੈਗੀਆਂ। ਪਰ ਮਾਈਗ੍ਰੇਨ ਬਾਰੇ ਮੈਂ ਸਪੈਸ਼ਲੀ ਦੱਸਣਾ ਚਾਹਾਂਗਾ। ਮਾਈਗ੍ਰੇਨ ਵਾਸਤੇ ਸਭ ਤੋਂ ਪਹਿਲਾ ਕੰਮ ਹੈ ਮੈਂ ਪੇਸ਼ੈਂਟ ਨੂੰ ਸਮਝਾਉਣਾ ਹੈ ਕਿ ਆਪਣੇ ਟ੍ਰਿਗਰਸ ਨੂੰ ਪਹਿਚਾਨੋ ਔਰ ਉਹਨਾਂ ਤੋਂ ਬਚੋ। ਹੁਣ ਕੀ ਟ੍ਰਿਗਰਸ ਹੋ ਸਕਦੇ ਆ? ਮੋਸਟਲੀ ਲੋਕਾਂ ਦਾ ਟ੍ਰਿਗਰ ਹੁੰਦਾ ਰਾਤ ਨੂੰ ਪ੍ਰੋਪਰ ਸੌਂਦੇ ਨਹੀਂ, ਅਗਲੇ ਦਿਨ ਸਿੱਧਾ ਸਟਾਰਟ ਹੋ ਜਾਂਦਾ, ਜਾਂ ਜ਼ਿਆਦਾ ਸੌਂਦੇ ਹੈਗੇ, ਅਗਲੇ ਦਿਨ ਸਿੱਧਾ ਸਟਾਰਟ ਹੋ ਜਾਂਦਾ, ਜਾਂ ਉਹ ਆਪਣੇ ਮੀਲਸ ਨੂੰ ਸਕਿਪ ਕਰਦੇ ਆ, ਖਾਣੇ ਤਿੰਨੋਂ ਟਾਈਮ ਦੇ ਨਹੀਂ ਖਾਂਦੇ। ਤੀਜਾ ਗਰਮ ਸਰਦ ਹੋ ਜਾਂਦੇ ਆ, ਠੰਡੀ ਹਵਾ ਸਿਰ ਤੇ ਲੱਗ ਗਈ, ਗਰਮ ਹਵਾ ਸਿਰ ਤੇ ਲੱਗ ਗਈ, ਜਾਂ ਚੇਂਜ ਆਫ ਸੀਜ਼ਨ ਤੇ ਸਿੱਧਾ ਸਟਾਰਟ ਹੋ ਜਾਂਦਾ। ਕਈ ਵਾਰ ਕੁਝ ਫੂਡ ਆਈਟਮਸ ਹੁੰਦੀਆਂ ਜਿਹੜੇ ਸਿਰ ਦਰਦ ਕਰਦੀਆਂ ਹੈਗੀਆਂ, ਸਪੈਸ਼ਲੀ ਜਿਹੜੀਆਂ ਚਾਈਨੀਜ਼, ਉਹਨਾਂ ਵਿੱਚ ਮੋਨੋਸੋਡੀਅਮ ਗਲੂਟਾਮੇਟ ਹੁੰਦਾ ਹੈ, ਜਾਂ ਪ੍ਰੀਜ਼ਰਵਡ ਫੂਡ ਹੁੰਦੇ ਹੈ, ਪ੍ਰੀਪੇਅਰ ਫੂਡ ਹੁੰਦੇ ਹੈ, ਉਹਨਾਂ ਵਿੱਚ ਨਾਈਟ੍ਰੇਟਸ ਹੁੰਦੇ ਹੈਗੇ ਆ। ਫਿਰ ਚੀਜ਼ ਹੋ ਗਿਆ, ਫਿਰ ਚਾਕਲੇਟ ਹੋ ਗਈ, ਫਿਰ ਕੌਫੀ ਹੋ ਗਈ, ਕਈ ਲੋਕਾਂ ਨੂੰ ਉਹਨਾਂ ਸਿਰ ਦਰਦ ਹੋ ਜਾਂਦਾ ਹੈਗਾ, ਰੈੱਡ ਵਾਈਨ ਹੋ ਗਈ, ਅਲਕੋਹਲ ਹੋ ਗਈ, ਸਮੋਕਿੰਗ। ਸੋ ਇਹ ਸਾਰੇ ਟ੍ਰਿਗਰਿੰਗ ਫੈਕਟਰਸ ਹੈਗੇ ਆ। ਆਪਣੇ ਦੇਖੋ ਇਸ ਫੂਡ ਆਈਟਮਸ ਤੋਂ ਬਚੋ। ਪਹਿਚਾਨੋ ਕਿ ਤੁਸੀਂ ਕੱਲ ਕੀ ਖਾਧਾ ਸੀਗਾ,
ਕੋਈ ਬਾਹਰੋਂ ਚੀਜ਼ ਤਾਂ ਨਹੀਂ ਖਾਧੀ ਸੀਗੀ, ਕੋਈ ਨੂਡਲਸ ਤਾਂ ਨਹੀਂ ਖਾਧੀਆਂ ਸੀਗੀਆਂ, ਕਿਉਂਕਿ ਜਿਹਦੇ ਵਿੱਚ MSG ਹੁੰਦਾ ਹੈ ਉਹਨਾਂ ਤੋਂ ਸਿੱਧਾ ਸਟਾਰਟ ਹੋ ਸਕਦਾ ਹੈ। ਦੂਜਾ ਹੈਗਾ ਲਾਈਫ ਸਟਾਈਲ ਨੂੰ ਮੋਡੀਫਾਈ ਕਰੋ। ਰੈਗੂਲਰ ਐਕਸਰਸਾਈਜ਼ ਕਰਨ ਨਾਲ ਮਾਈਗ੍ਰੇਨ ਘਟਦਾ ਹੈ, ਯੋਗਾ ਮੈਡੀਟੇਸ਼ਨ ਕਰਨ ਨਾਲ ਐਕਸਰਸਾਈਜ਼ ਘਟਦੇ, ਯੋਗਾ ਮੈਡੀਟੇਸ਼ਨ ਕਰਨ ਨਾਲ ਮਾਈਗ੍ਰੇਨ ਦੇ ਅਟੈਕ ਘਟਦੇ ਹੈ। ਸੋ ਇਹ ਸੀ ਨੋਨ ਫਾਰਮਾਕੋਲੋਜੀਕਲ ਮੈਨੂਵਰਸ। ਬੇਸਿਕ ਮੁੱਦਾ ਹੈ ਕਿ ਆਪਣੇ ਟ੍ਰਿਗਰਸ ਨੂੰ ਪਛਾਣੋ ਔਰ ਉਹਨੂੰ ਦੂਰ ਕਰੋ। ਦੂਜਾ ਹੈਗਾ ਟ੍ਰੀਟਮੈਂਟ। ਟ੍ਰੀਟਮੈਂਟ ਅੱਗੇ ਦੋ ਤਰ੍ਹਾਂ ਦੀ ਹੈ, ਇੱਕ ਹੁੰਦੀ ਟ੍ਰੀਟਮੈਂਟ ਅਬੋਰਟਿਵ ਟ੍ਰੀਟਮੈਂਟ, ਜਦੋਂ ਅਟੈਕ ਆਇਆ ਉਦੋਂ ਕੀ ਕਰਨਾ ਸੀ, ਉਦੋਂ ਅਸੀਂ ਨਸਾਇਡਸ, ਪੇਨ ਕਿਲਰਸ ਜਾਂ ਟ੍ਰਿਪਟਨਸ ਲਵਾਂਗੇ ਅਸੀਂ ਤੁਹਾਨੂੰ। ਦੂਜਾ ਹੈਗਾ ਪ੍ਰੋਫਿਲੈਕਟਿਕ ਟ੍ਰੀਟਮੈਂਟ, ਤਾਂ ਕਿ ਤੁਹਾਨੂੰ ਅਟੈਕ ਆਏ ਨਹੀਂ ਨਾ, ਉਦੋਂ ਸਟਾਰਟ ਕਰੀਦੀ ਹੈ ਜਦੋਂ ਬੰਦੇ ਨੂੰ ਸਿਰ ਦਰਦ ਹਫ਼ਤੇ ਵਿੱਚ ਇੱਕ ਵਾਰ ਤੋਂ ਜ਼ਿਆਦਾ ਹੋ ਜਾਏ ਜਾਂ ਮਹੀਨੇ ਵਿੱਚ 4 ਤੋਂ 5 ਵਾਰ ਤੋਂ ਜ਼ਿਆਦਾ ਹੋ ਜਾਏ, ਉਦੋਂ ਫਿਰ ਅਸੀਂ ਪ੍ਰੀਵੈਂਟਿਵ ਥੈਰੇਪੀ ਸਟਾਰਟ ਕਰੀਦੀ ਹੈ। ਸਾਡੇ ਕੋਲ ਬਹੁਤ ਅੱਛੀ ਮੈਡੀਸਿਨਸ ਹੈਗੀਆਂ ਜਿਹੜੀਆਂ ਅਸੀਂ ਪੇਸ਼ੈਂਟ ਦੀਆਂ ਦੂਜੀਆਂ ਕੋਮੋਰਬਿਡਿਟੀਜ਼ ਦੇਖ ਕੇ, ਪੇਸ਼ੈਂਟ ਟੂ ਪੇਸ਼ੈਂਟ ਵੇਰੀਏਬਲ ਹੁੰਦਾ ਜਿਹੜਾ, ਪੇਸ਼ੈਂਟ ਨੂੰ ਪੇਸ਼ੈਂਟ ਦੇਖ ਕੇ ਅਸੀਂ ਉਹਨੂੰ ਡਿਸਾਈਡ ਕਰਦੇ ਹਾਂ ਕਿ ਇਹ ਪੇਸ਼ੈਂਟ ਨੂੰ ਕਿਹੜੀ ਪ੍ਰੀਵੈਂਟਿਵ ਥੈਰੇਪੀ ਬੈਸਟ ਹੋਏਗੀ। ਤੋ ਉਸ ਤੋਂ ਬਾਅਦ ਆਪਣਾ ਆਉਂਦਾ ਹੈਗਾ ਟੈਂਸ਼ਨ ਟਾਈਪ ਹੈਡੇਕ। ਇਹਦਾ ਟ੍ਰੀਟਮੈਂਟ ਵਿੱਚ ਕੀ ਕਰ ਸਕਦੇ ਹਾਂ? ਟੈਂਸ਼ਨ ਟਾਈਪ ਹੈਡੇਕਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਪੇਸ਼ੈਂਟ ਨੂੰ ਲਾਈਫ ਸਟਾਈਲ ਮੋਡੀਫਿਕੇਸ਼ਨ, ਸਟ੍ਰੈਸ ਘਟਾਉਣ ਲਈ ਐਕਸਰਸਾਈਜ਼, ਯੋਗਾ, ਮੈਡੀਟੇਸ਼ਨ ਐਂਡ ਦੈਨ ਸਮ ਐਂਟੀ ਡਿਪਰੈਸਿਵਸ, ਉਹਨਾਂ ਸਮ ਟੈਂਸ਼ਨ ਟਾਈਪ ਹੈਡੇਕ ਖਤਮ ਹੋ ਜਾਂਦਾ। ਸੋ ਵਾਟ ਆਰ ਦਾ ਟੇਕ ਹੋਮ ਮੈਸੇजेस? ਟੇਕ ਹੋਮ ਮੈਸੇजेस ਇਹ ਹੈਗਾ ਸਭ ਤੋਂ ਪਹਿਲੇ ਕਿ ਸਿਰ ਦਰਦ ਨੂੰ ਸੀਰੀਅਸਲੀ ਲਓ, ਸੈਕੰਡਰੀ ਹੈਡੇਕ ਨੂੰ ਪਹਿਚਾਨੋ, ਉਹ ਜੇ ਤੁਹਾਨੂੰ ਸੈਕੰਡਰੀ ਹੈਡੇਕਸ ਦੇ ਰੈੱਡ ਫਲੈਗਸ ਹੈਗੇ ਆ ਤਾਂ ਉਹਨਾਂ ਪੇਸ਼ੈਂਟ ਨੂੰ MRI ਕਰਾਓ। ਹਰ ਪੇਸ਼ੈਂਟ ਨੂੰ MRI ਕਰਾਉਣ ਦੀ ਲੋੜ ਨਹੀਂ ਹੈ। ਦੂਜਾ, ਜੇ ਤੁਹਾਨੂੰ ਮਾਈਗ੍ਰੇਨ ਹੈਗੀ ਹੈ ਔਰ ਐਪੀਸੋਡਿਕ ਮਾਈਗ੍ਰੇਨ ਹੈ, ਕਦੇ ਕਦੇ ਸਿਰ ਦਰਦ ਹੁੰਦਾ ਹੈਗਾ ਜਿਹੜੇ ਸਫਰ ਕਰਨ ਨਾਲ, ਧੁੱਪੇ ਚੱਲਣ ਨਾਲ, ਸੋ ਉਹ ਮਾਈਗ੍ਰੇਨ ਦੇ ਪੇਸ਼ੈਂਟਸ ਨੂੰ ਕਹੋ ਕਿ ਪ੍ਰੋਪਰ ਪ੍ਰੋਫਿਲੈਕਟਿਕ ਮੈਡੀਕੇਸ਼ਨ ਸਟਾਰਟ ਕਰਨ ਜੇ ਉਹਨਾਂ ਦੇ ਅਟੈਕ 4 ਜਾਂ 5 ਵਾਰ ਤੋਂ ਜ਼ਿਆਦਾ ਮਹੀਨੇ ਵਿੱਚ ਆ ਰਹੇ ਆ, ਤਾਂ ਕਿ ਉਹ ਕਾਮਨ ਕ੍ਰੋਨਿਕ ਡੇਲੀ ਹੈਡੇਕ ਵਿੱਚ ਕਨਵਰਟ ਨਾ ਹੋਵੇ। ਸੋ ਕ੍ਰੋਨਿਕ ਡੇਲੀ ਹੈਡੇਕ ਤੋਂ ਕਨਵਰਟ ਪੇਸ਼ੈਂਟ ਨੂੰ ਨਹੀਂ ਹੁੰਦਾ। ਤੀਜਾ, ਪੇਨ ਕਿਲਰਸ ਜਿਹੜੇ ਹੈਗੇ ਜਿਹੜੇ ਅਸੀਂ ਲੋਕੀ ਓਵਰ ਦਾ ਕਾਊਂਟਰਸ ਇਹਨੂੰ ਸੀਰੀਅਸਲੀ ਲੈਂਦੇ ਨਹੀਂ। ਜਦੋਂ ਸਿਰ ਦਰਦ ਆਇਆ ਦਰਦ ਦੀ ਗੋਲੀ ਖਾ ਲਈ, ਉਹ ਦਰਦ ਦੀ ਗੋਲੀ ਨਾਲ ਤੁਹਾਨੂੰ ਲੀਵਰ ਖਰਾਬ ਹੋ ਸਕਦਾ ਹੈ, ਕਿਡਨੀ ਖਰਾਬ ਹੋ ਸਕਦੀ, ਪੇਟ ਦਾ ਅਲਸਰ ਹੋ ਸਕਦਾ ਹੈ, ਫਾਈਨਲੀ ਐਨਾਲਿਸਿਸ ਓਵਰਯੂਜ਼ ਹੈਡੇਕ ਹੋ ਸਕਦਾ ਹੈ। ਸੋ ਹਮੇਸ਼ਾ ਜਦੋਂ ਵੀ ਸਿਰ ਦਰਦ ਹੋਵੇ, ਸਿਰ ਦਰਦ ਨੂੰ ਪਹਿਲੇ ਹੀ ਪਹਿਚਾਨੋ ਔਰ ਆਪਣੇ ਨਿਊਰੋ ਫਿਜ਼ੀਸ਼ੀਅਨ ਨੂੰ ਕੰਸਲਟ ਕਰੋ। ਸ਼ੁਕਰੀਆ, ਥੈਂਕ ਯੂ।